Hello everyone, welcome to Dreams Achiever YouTube channel. I'm Harpreet Singh and today we will pay attention towards writing task 2, how we can start body paragraph 1. इंट्रो लिख लेंगे बच्चे राइटिंग टास्क 2 ਦੇ ਵਿੱਚ ਇੰਟਰੋ ਲਿਖੀ ਜਾਂਦੀ ਆ ਕਿਉਂਕਿ ਆਪਾਂ ਇੰਟਰੋ ਪਹਿਲਾਂ ਸਿੱਖੀ ਵੀ ਆ ਪਿਛਲੇ ਵੀਡੀਓਜ਼ ਦੇ ਵਿੱਚ ਹਾਊ ਵੀ ਕੈਨ ਰਾਈਟ ਇੰਟਰੋ and so how we can save time when we write the intro, and now today we will pay attention that how we can start body paragraph 1, what kind of method we can use in order to start body paragraph 1. okay and so ਬੱਚੇ ਇੰਟਰੋ ਵਧੀਆ ਲਿਖ ਲੈਂਦੇ ਨੇ, ਮੋਲਡ ਕਰ ਲੈਂਦੇ ਨੇ, ਕਨਵਰਟ ਕਰਕੇ ਇੰਟਰੋ ਲਿਖ ਲੈਂਦੇ ਨੇ, ਬਟ ਬੋਡੀ ਪੈਰਾਗ੍ਰਾਫ ਸਟਾਰਟ ਕਰਨ ਦੇ ਵਿੱਚ ਪ੍ਰੋਬਲਮ ਆਉਂਦੀ ਆ. ਫਸਟ ਆਫ ਆਲ ਵੀ ਵਿਲ ਲਰਨ that what is body paragraph 1 and body paragraph 2. ਇੰਟਰੋ ਜਦੋਂ ਆਪਾਂ ਰਜਿਕੇ ਰਾਈਟਿੰਗ ਟਾਸਕ 2 ਦੇ ਵਿੱਚ ਇੰਟਰੋ ਕੰਪਲੀਟ ਕਰ ਲੈਂਦੇ ਆ. ਇੰਟਰੋ ਮੀਨਿੰਗ ਹੁੰਦੀ ਜਾਣਕਾਰੀ. ਅਸੀਂ ਜਾਣ ਪਹਿਚਾਨ ਦਿੱਤੀ ਕਿ ਸਾਡਾ ਇਹ ਟੌਪਿਕ ਆ, ਇਸ ਟੌਪਿਕ ਨਾਲ ਅਸੀਂ ਐਗਰੀ ਹੋਵਾਂਗੇ, ਇਸ ਟੌਪਿਕ ਨਾਲ ਅਸੀਂ ਡਿਸਐਗਰੀ ਹੋਵਾਂਗੇ. then we will elaborate that why we are agree, why we are disagree, why we will explain advantages, why we will explain disadvantages, why we will explain causes, and why we will explain solution, and why we will explain that is positive development and that is negative development. okay and so in a body paragraph 1 and body paragraph 2 ਦੇ ਚ ਆਪਾਂ ਐਕਸਪਲੇਨੇਸ਼ਨ ਦੇਣੀ ਹੁੰਦੀ ਆ ਕਿ ਮੈਂ ਇਹਨੂੰ ਐਕਸਪਲੇਨ ਕਰਨਾ ਪ੍ਰੋਪਰਲੀ ਕਿ ਮੇਰਾ टास्क ਦੀ एक्सप्लेनेशन ਕੀ ਆ, ਮੈਂ ਇਹਦੇ ਨਾਲ ਐਗਰੀ ਕਿਉਂ ਆ, ਮੈਂ ਇਹਦੇ ਨਾਲ ਡਿਸਐਗਰੀ ਕਿਉਂ ਆ, ਆਪਾਂ ਬੋਡੀ ਪੈਰਾਗ੍ਰਾਫ 1 ਐਂਡ ਬੋਡੀ ਪੈਰਾਗ੍ਰਾਫ 2 ਦੇ ਵਿੱਚ ਐਕਸਪਲੇਨ ਕਰਾਂਗੇ. ਹੁਣ ਬੋਡੀ ਪੈਰਾਗ੍ਰਾਫ 1 ਐਂਡ ਬੋਡੀ ਪੈਰਾਗ੍ਰਾਫ 2 ਨੂੰ ਲਿਖਣ ਦੇ ਲਈ ਆਪਣਾ ਪੈਟਰਨ ਕੀ ਹੁੰਦਾ ਰਾਜੇ, ਬੋਡੀ ਪੈਰਾਗ੍ਰਾਫ 1 ਦੀ ਆਪਾਂ ਜੇ ਗੱਲ ਕਰਦੇ ਆ ਉਹਨੂੰ ਆਪਾਂ ਰਾਜੇ ਕਿਸੇ ਵੀ ਕਨੈਕਟਰ ਦੇ ਨਾਲ ਸਟਾਰਟ ਕਰ ਲੈਂਦੇ ਆ. ਪਹਿਲਾਂ ਆਪਾਂ ਉਹਨੂੰ ਰਾਜੇ ਕਿਹਾ ਸਟਾਰਟਿੰਗ ਪੁਆਇੰਟ ਦਿੰਨੇ ਕਿ ਮੈਂ ਇਹਨੂੰ ਸਟਾਰਟ ਕਰ ਰਿਹਾ, ਮੈਂ ਜਿੱਦਾਂ ਵੀ ਆਪਾਂ ਸਟਾਰਟ ਕਰਦੇ ਹੋਈ ਤੁਹਾਨੂੰ ਸਟਾਰਟ ਕਰਨਾ ਸਿਖਾਉਂਗਾ. ਐਂਡ ਨੈਕਸਟ ਆਫ ਆਲ ਰਾਜੇ ਕਿਹਾ ਉਸ ਤੋਂ ਬਾਅਦ ਆਪਣਾ ਕੀ ਹੁੰਦਾ ਰਾਜੇ, ਇਹਦੇ ਵਿੱਚ ਆਪਾਂ ਮੇਨ ਪੁਆਇੰਟ ਜੋ ਹੁੰਦਾ ਆਪਾਂ ਮੇਨ ਪੁਆਇੰਟ ਨੂੰ ਮੈਂਸ਼ਨ ਕਰਦੇ ਹਾਂ. ਠੀਕ ਹੈ ਜੀ, ਮੇਨ ਪੁਆਇੰਟ. okay after like showing that, after writing the main point, we will justify that how that thing is. okay ਇਹ ਚੀਜ਼ ਕਿੱਦਾਂ ਹੁੰਦੀ ਆ. and next of all ਆਪਾਂ ਰਾਜੀ ਕੀ ਆ body paragraph 1 and body paragraph 2 ਦੇ ਵਿੱਚ ਉਹਨੂੰ why justify ਕਰਦੇ ਆ, ਇਹ ਚੀਜ਼ ਕਿਉਂ ਹੁੰਦੀ ਆ. then ਰਾਜੀ ਕੀ ਉਹਨੂੰ justify ਕਰਨ ਤੋਂ ਬਾਅਦ ਆਪਾਂ ਕੀ ਆ why ਦੀ ਐਗਜ਼ਾਮਪਲ ਦਿੰਨੇ ਆ. for example ਤੋਂ ਬਾਅਦ ਰਾਜੀ ਕੀ ਆਪਾਂ ਪੁਆਇੰਟ ਦਾ ਰਿਜ਼ਲਟ ਕੱਢ ਦਿੰਨੇ ਆ. okay ਆਪਾਂ ਬੋਡੀ ਪੈਰਾਗ੍ਰਾਫ 1 ਐਂਡ ਬੋਡੀ ਪੈਰਾਗ੍ਰਾਫ 2 ਨੂੰ ਇਸ ਮੈਥਡ ਦੇ ਨਾਲ ਰਾਜੀ ਕੀ ਐਕਸਪਲੇਨ ਕਰਦੇ ਆ. ਜੇਕਰ if we follow this method then we are capable for achieving appropriate score from one parameter is that CC, coherence and cohesion. ਆਪਾਂ ਕੀਤਾ ਸੀ ਨਾ ਲਾਸਟ ਵੀਡੀਓਜ਼ ਦੇ ਵਿੱਚ coherence and cohesion ਕੀ ਹੁੰਦਾ. coherence and cohesion ਤੋਂ ਵੀ ਰਾਜੀ ਆਪਣਾ ਸਕੋਰ ਮੈਟਰ ਕਰਦਾ. ਜੇ ਆਪਾਂ coherence and cohesion ਆਪਾਂ appropriately ਰਾਈਟ ਕਰਦੇ ਆ ਤਾਂ ਆਪਣਾ coherence and cohesion ਤੋਂ ਰਾਜੀ ਸਕੋਰ ਕੀ ਬੈਸਟ ਆਂਦਾ, ਬੈਟਰ ਆਂਦਾ ਆ. okay ਹੁਣ ਆਪਾਂ ਜੇ ਸਟੈਪ ਬਾय ਸਟੈਪ ਚੱਲਦੇ ਆ ਤਾਂ definitely we are capable for achieving appropriate score from coherence and cohesion. otherwise we can say that we will lack from one parameter like that coherence and cohesion. ਹੁਣ ਜੇ ਪਹਿਲਾਂ ਆਪਾਂ ਮੇਨ ਪੁਆਇੰਟ ਲਿਖ ਲਿਆ ਕਿ ਮੇਰਾ ਮੇਨ ਪੁਆਇੰਟ ਕੀ ਆ, ਫਿਰ ਹਾਊ ਆਈ ਦੇਨ ਆਪਾਂ ਨੂੰ ਜਸਟੀਫਾਈ ਕਰਾਂਗੇ. ਲਾਈਕ ਦੈਟ ਆਪਾਂ ਸਪੋਰਟਿੰਗ ਆਈਡੀਆਜ਼ ਨੂੰ ਯੂਜ਼ ਕਰ ਸਕਦੇ ਆ, ਐਗਜ਼ਾਮਪਲ ਨੂੰ ਆਪਾਂ ਜਸਟੀਫਾਈ ਕਰ ਸਕਦੇ ਆ ਕਿ ਫॉर ਐਗਜ਼ਾਮਪਲ ਉਦਾਹਰਨ ਮੇਰੀ ਇਹ ਆ ਤੇ ਦੈਨ ਲਾਸਟ ਇਹ ਰਿਜ਼ਲਟ ਹੋ ਜਾਊਗਾ ਉਹ ਤੁਹਾਡਾ ਇੱਕ ਸਪੋਰਟਿੰਗ ਆਈਡੀਆ ਆ ਸਕਦਾ. ਰਿਜ਼ਲਟ ਕੋਈ ਵੀ ਤੁਸੀਂ ਸਪੋਰਟਿੰਗ ਆਈਡੀਆ ਨੂੰ ਜਸਟੀਫਾਈ ਕਰ ਸਕਦੇ. clear are they? okay how we can write appropriately body paragraph 1 and how we can start. today we will learn only that how we can start. in next video we will learn that how to write body paragraph full, how to explain body paragraph 1. today's apex statement ਦੇਖਦੇ ਹਾਂ ਰਾਜੀ. ਅੱਜ ਵਾਲੀ ਆਪਣੇ ਕੋਲ ਸਟੇਟਮੈਂਟ ਆਪਾਂ ਥੋੜਾ ਜਿਹਾ ਜਸਟੀਫਾਈ ਦੇਖ ਲੈਂਦੇ ਹਾਂ. ਸਟੇਟਮੈਂਟ ਕੀ ਆ nowadays ਆਪਾਂ ਸਿੰਪਲ ਇੱਕ ਜਮਾ ਸਿੰਪਲ ਸਟੇਟਮੈਂਟ ਲਿਖੀ ਆ, ਉਹਦੇ ਤੁਹਾਨੂੰ ਥੋੜਾ ਜ਼ਿਆਦਾ ਕਲੈਰਿਟੀ ਹੋਏਗੀ. nowadays crime rates are escalating and people have to remain under threat. ਅੱਜ ਦੇ ਦਿਨਾਂ ਜਿਹੜੇ ਕ੍ਰਾਈਮ ਰੇਟਸ ਨੇ ਉਹ ਵੱਧਦੇ ਜਾ ਰਹੇ ਨੇ ਤੇ ਲੋਕਾਂ ਨੂੰ ਰਾਜੀ ਲੋਕਾਂ ਦੀ ਮਜਬੂਰੀ ਆ ਥ੍ਰੈਟ ਦਾ ਰਾਜੀ ਥ੍ਰੈਟ ਦੇ ਵਿੱਚੋਂ ਗੁਜ਼ਰਨਾ ਪੈਂਦਾ. ਖਤਰੇ ਦੇ ਵਿੱਚ ਥ੍ਰੈਟ ਮੇਰੀ ਲਾਈਕ ਆਪਾਂ ਇੱਕ ਖਤਰਾ ਹੋ ਗਿਆ, ਥ੍ਰੈਟ ਕੀ ਹੁੰਦਾ ਇੱਕ ਲਾਈਕ ਆਪਾਂ ਕਹਿ ਸਕਦੇ ਹਾਂ ਕਿ ਇੱਕ ਡਰ ਕਿਸੇ ਚੀਜ਼ ਦਾ, ਥ੍ਰੈਟ ਦੇ ਵਿੱਚ ਨੂੰ ਗੁਜ਼ਰਨਾ ਪੈਂਦਾ. what are the causes and how it can be solved. ਔਰ ਆਪਣੇ ਕੋਲੇ ਜਿਹੜਾ ਐਸੇ ਅੱਜ ਦਾ ਉਹ ਕੀ ਆ ਖਾਸ ਐਂਡ ਸੋਲੂਸ਼ਨ, ਕਾਜ਼ ਐਂਡ ਸੋਲੂਸ਼ਨ ਰਾਜੀ. okay and cause and solution ਰਾਜੀ ਕੀ ਆਪਾਂ ਇਹਦੇ ਵਿੱਚ 2 BPs ਲਿਖਾਂਗੇ, ਬੋਡੀ ਪੈਰਾਗ੍ਰਾਫ 1 ਐਂਡ ਬੋਡੀ ਪੈਰਾਗ੍ਰਾਫ 2. ਬੋਡੀ ਪੈਰਾਗ੍ਰਾਫ 1 ਦੇ ਵਿੱਚ ਆਪਾਂ ਜਸਟੀਫਾਈ ਕਰਾਂਗੇ ਕੀ ਕਾਰਨ ਨੇ ਕਾਦੇ ਥ੍ਰੈਟ ਦੇ ਤੇ ਕੀ ਕਾਰਨ ਨੇ ਜਿਹੜੇ ਕ੍ਰਾਈਮ ਰੇਟਸ ਇਨਕਰੀਜ਼ ਹੋ ਰਹੇ ਨੇ. ਸੈਕੰਡ ਬੋਡੀ ਪੈਰਾਗ੍ਰਾਫ ਦੇ ਵਿੱਚ ਆਪਾਂ ਐਕਸਪਲੇਨੇਸ਼ਨ ਦੇਵਾਂਗੇ ਸੋਲੂਸ਼ਨ, ਜਿਹੜੇ ਕਾਰਨ ਜੇ ਥ੍ਰੈਟ ਨੂੰ ਆਪਾਂ ਕਿਵੇਂ ਸੋਲਵ ਕਰ ਸਕਦੇ ਆ, ਕ੍ਰਾਈਮ ਰੇਟ ਜਿਹੜੇ ਵਧ ਰਹੇ ਨੇ ਉਹਨਾਂ ਨੂੰ ਆਪਾਂ ਕਿਵੇਂ ਸੋਲਵ ਕਰ ਸਕਦੇ ਆ. ਕਲੀਅਰ ਆ ਜੀ? ਓਕੇ ਐਂਡ ਰਾਜੀ ਕੀ ਆ ਹੁਣ ਆਪਾਂ ਪਹਿਲਾਂ ਰਾਜੀ ਕੀ ਆ ਮੇਨ ਪੁਆਇੰਟ ਆਪਾਂ ਬਣਾ ਲਈਏ. ਆਪਾਂ ਦੇਖੀਏ ਕਿ ਕੀ ਕਾਰਨ ਆ ਜਿਹੜੇ ਅੱਜ ਦੇ ਸਮੇਂ 'ਚ ਕ੍ਰਾਈਮ ਰੇਟ ਵਧ ਰਹੇ ਨੇ. ਇੱਕ ਮੇਨ ਕਾਰਨ ਆ ਜੀ ਕੀ ਆ ਇਨਫਲੇਸ਼ਨ, ਮਹਿੰਗਾਈ.
महंगाई बहुत ज्यादा बढ़ती जा रही है जिहदे करके राजी ਜਿਹੜੇ ਲੋਕ ਨੇ ਉਹਨਾਂ ਕੋਲੇ ਇਨਕਮ ਸੋਰਸਸ ਇੰਨੇ ਹੈ ਨਹੀਂਗੇ ਤਾਂ ਰਾਜੀ ਕੀ ਆ ਉਹ ਮਹਿੰਗਾਈ ਦੇ ਨਾਲ ਨਜਿੱਠਣ ਦੇ ਲਈ ਕੁਝ ਕੁ ਲੋਕ ਕ੍ਰਾਈਮ ਕਰਦੇ ਨੇ ਜੀ ਕ੍ਰਾਈਮ ਵੱਲ ਝੁਕਦੇ ਨੇ ठीक है सेकंड नंबर एक जस्ट सेकंड पॉइंट लिख रहा है लैक ऑफ जॉब अपॉर्चुनिटीज ये हुण इहदा सपोर्टिंग आइडिया बन सकदा ये मेन आइडिया बना लईए ਇਹਨੂੰ ਆਪਾਂ ਸਪੋਰਟਿੰਗ ਆਈਡੀਆ ਦੇ ਵਿੱਚ ਲਿਖ ਸਕਦੇ ਹਾਂ जो कि मैं क्या लैक ऑफ इनकम सोर्सेस ने लैक ऑफ जॉब अपॉर्चुनिटीज ने ਆਪਾਂ ਇਹਨੂੰ ਰਾਜੀ ਕੀ ਆ ਦਾ ਸਪੋਰਟਿੰਗ ਆਈਡੀਆ ਦੇ ਸਕਦੇ ਹਾਂ ਹੁਣ ਆਪਾਂ ਇੱਕ ਸੋਲੂਸ਼ਨ ਦੇਖ ਲਈਏ ਪ੍ਰੋਵਾਈਡਿੰਗ ਇਨਕਮ ਸੋਰਸਸ ਇਹਦਾ ਸੋਲੂਸ਼ਨ ਕੀ ਆ ਆਪਾਂ ਇਹਦਾ ਦੋਨਾਂ ਦਾ ਸੋਲੂਸ਼ਨ ਕੀ ਲਿਖਤਾ ਕਿ ਇਨਕਮ ਸੋਰਸਸ ਪ੍ਰੋਵਾਈਡ ਕੀਤੇ ਜਾਂਦੇ ਨੇ ਤਾਂ ਆਟੋਮੈਟਿਕਲੀ ਕ੍ਰਾਈਮ ਰੇਟ ਜਿਹੜਾ ਕੀ ਰਾਜੀ ਘਟ ਜਾਏਗਾ ਹੁਣ ਬੋਡੀ ਪੈਰਾਗ੍ਰਾਫ 1 ਸਟਾਰਟ ਕਿਦਾਂ ਕਰਨਾ ਜਮਾ ਸਿੰਪਲ ਮੈਥਡ okay and how we can write by following simple method in simple method we will write that to begin with like that मैं start ਕਰਨ ਜਾ ਰਿਹਾ ਤੁਸੀਂ ਕੋਈ ਵੀ ਕਨੈਕਟਰ ਨੇ ਜੀ ਯੂਜ਼ ਕਰ ਸਕਦੇ to begin with ਜਾਂ to commence with ਇਹਨਾਂ ਦੋਨਾਂ ਚ ਤੁਸੀਂ ਇੱਕ ਕਨੈਕਟਰ ਜਿਹੜਾ ਮਰਜ਼ੀ ਯੂਜ਼ ਕਰ ਲਓ what is the meaning of connectors meaning is that ਕਿ ਕਨੈਕਟਰ ਤੁਹਾਡੇ ਇਹੀ ਦੱਸਦੇ ਨੇ ਕਿ ਮੈਂ ਹੁਣ इंट्रो कंप्लीट कर ली बॉडी पैराग्राफ एक्सप्लेनेशन देने जा रहा मैं एक पॉइंट मेंशन करता हूं मैं अगला पॉइंट देने जा रहा मैं एक्सप्लेनेशन कंप्लीट करती हूं मैं कंक्लूजन दसन जा रहा रिजल्ट दसन जा रहा कनेक्टर्स का मीनिंग इन्ना की हुंदा ठीक है जमा रहे कि ਤੁਹਾਨੂੰ ਲੋੜ ਨਹੀਂ ਹੈਗੀ ਕਿ ਭਾਰੀ ਲੈ ਕੇ ਔਖੇ ਕਨੈਕਟਰ ਲਿਖੋ ਜਿਨ੍ਹਾਂ ਦਾ ਇੱਕ ਜਸਟ ਪ੍ਰੋਪਰ मीनिंग ਉੱਥੇ ਨਹੀਂ ਨਿਕਲ ਰਿਹਾ ਉਦੋਂ ਦੇ ਕਨੈਕਟਰ ਲਿਖਣ ਦੀ ਲੋੜ ਨਹੀਂ ਹੈਗੀ ਚਾਹੇ ਸਿੰਪਲ ਕਨੈਕਟਰ ਯੂਜ਼ ਕਰੋ ਤਾਂ ਵੀ ਤੁਸੀਂ ਵਧੀਆ ਸਕੋਰ ਲੈ ਲਓਗੇ बट डिपेंड राजे थोड़ी एक्सप्लेनेशन ते करेगा तुसी एक्सप्लेन की करदे हो तुसी किद्दां एक्सप्लेन करदे हो कनेक्टर ते थोड़ा राजी का स्कोर नहीं डिपेंड करेगा ओके किद्दां ਆਪਾਂ सिंपल तरीके ਨਾਲ किद्दां स्टार्ट कर सकते हैं अल्बाइट मीनिंग इज दैट ऑल्दो भावें कि अल्बाइट किवें आप बॉडी पैराग्राफ 1 किद्दां स्टार्ट करना टू बिगिन विद मैं स्टार्ट करन जा रहा भावें कि देयर आर सेवरल जस्टिफिकेशंस इथे बहुत सारीਆਂ जस्टिफिकेशंस हैगा ने जस्टिफिकेशन दा मीनिंग इज दैट कि लाइक व्याख्या जिन्हों ਆਪਾਂ कह सकते हैं लाइक एक्सप्लेनेशंस ਭਾਵੇਂ ਕਿ ਇੱਥੇ ਬਹੁਤ ਸਾਰੀਆਂ ਜਸਟੀਫਿਕੇਸ਼ਨ ਹੈਗਾ ਨੇ ਬਿਕੋਜ਼ ਆਫ ਦੋਸ ਜਿਨ੍ਹਾਂ ਦੇ ਕਰਕੇ ਕ੍ਰਾਈਮ ਰੇਟਸ ਐਂਡ ਥ੍ਰੈਟ ਅਮੰਗ ਪਬਲਿਕ ਇਜ਼ ਇਨਕਰੀਜ਼ਿੰਗ ਜਿਨ੍ਹਾਂ ਦੇ ਕਰਕੇ ਕ੍ਰਾਈਮ ਰੇਟ ਵੀ ਵੱਧਦਾ ਜਾ ਰਿਹਾ ਕ੍ਰਾਈਮ ਰੇਟਸ ਵੀ ਵੱਧਦੇ ਜਾ ਰਹੇ ਨੇ ਤੇ ਜਿਹੜਾ ਖਤਰਾ ਆ ਲੋਕਾਂ ਦੇ ਵਿੱਚ ਕਰ ਰਿਹਾ ਜਿਹੜਾ ਡਰ ਆ ਉਹ ਵੀ ਪੈਦਾ ਹੁੰਦਾ ਜਾ ਰਿਹਾ ਬਟ ਹੁਣ ਆਪਾਂ ਆਲ ਵਾਲੀ ਸਟਰਕਚਰ ਲਗਾਉਂਦੇ ਆ ਜਾਂ ਆਪਾਂ ਯਟ ਲਗਾਉਂਦੇ ਆ ਜਾਂ ਆਪਾਂ ਕੀ ਰਾਜੇ ਬੱਟ ਲਗਾਉਂਦੇ ਆ ਜਾਂ ਆਪਾਂ ਰਾਜੇ ਕੀ ਆ ਕਮਾ ਲਗਾਉਂਦੇ ਮੈਂ ਇੱਥੇ ਕੀ ਲਗਾਇਆ ਕਮਾ ਭਾਵੇਂ ਕਿ ਇੱਥੇ ਬਹੁਤ ਸਾਰੀਆਂ ਜਸਟੀਫਿਕੇਸ਼ਨ ਹੈਗਾ ਨੇ ਜਿਨ੍ਹਾਂ ਦੇ ਕਰਕੇ ਕ੍ਰਾਈਮ ਰੇਟ ਤੇ ਜਿਹੜਾ ਖਤਰਾ ਆ ਲੋਕਾਂ ਦੇ ਵਿਚਕਾਰ ਵੱਧਦਾ ਜਾ ਰਿਹਾ predominant one is ਉਹਨਾਂ ਚ ਮੇਨ ਕੀ ਆ ਰਾਜੇ ਇਨਫਲੇਸ਼ਨ ਉਹਨਾਂ ਸਾਰਿਆਂ ਚੋਂ ਮੇਨ ਕਾਰਨ ਕੀ ਆ ਇੱਕ ਮੇਨ ਕਾਰਨ ਕੀ ਆ ਇਨਫਲੇਸ਼ਨ ਟੂ ਐਲੈਬੋਰੇਟ ਇਟ ਹੁਣ ਰਾਜੇ ਮੈਂ ਮੇਨ ਪੁਆਇੰਟ ਦੇਤਾ that is my ਕੀ ਰਾਜੇ ਮੇਨ ਪੁਆਇੰਟ ਟੂ ਐਲੈਬੋਰੇਟ ਇਟ ਮੈਂ ਇਸ ਤੋਂ ਬਾਅਦ ਕੀ ਲਿਖਣਾ how why example result ਮੇਰਾ ਬੋਡੀ ਪੈਰਾਗ੍ਰਾਫ ਕੰਪਲੀਟ ਹੋ ਜਾਊਗਾ ਇੱਕ ਤਾਂ ਰਾਜੇ ਮੈਥਡ ਆਪਣਾ ਬੋਡੀ ਪੈਰਾਗ੍ਰਾਫ 1 ਨੂੰ ਸਟਾਰਟ ਕਰਨ ਦਾ ਜਮਾ ਸਿੰਪਲ ਮੈਥਡ बिल्कुल सिंपल मैथड है राजे इहनूं आपां सिंपल मैथड दे नाल इदां लिख सकदे हां टू बिगिन विद तो स्टार्ट करो भावें कि इत्थे बहुत सारीਆਂ जस्टिफिकेशन हैगीਆਂ ने जिन्हां दे करके क्राइम रेट ते जिहड़ा खतरा आ लोकां दे विचकार इंक्रीज हुंदा जांदा उन्हां सारिਆਂ चों मेन कारण की है राजे मेन पॉइंट की आ इन्फ्लेशन नेक्स्ट मैथड है जी अपना लिखण दा सेकंड मैथड जिहड़ा आपां सेकंड मैथड दे नाल जी इंट्रो लिख सकदे हां ਉਹਦੇ ਚ ਆਪਾਂ ਰਾਜੇ ਹੁਣ ਜੇ ਤੁਸੀਂ ऑफिशियल वेबसाइट ਤੇ ਜਾਓ IDP ਦੀ ऑफिशियल वेबसाइट ਤੇ ਦਿੱਤਾ ਹੋਇਆ if you want to get 7 bank score in writing about 7 in writing you will not start your passage you will not start your body paragraph 1 you will not start your sentences by preferring connectors linkers in starting you will not start your line from ਲਿੰਕਰ ਤੁਸੀਂ ਨਾ ਲਿੰਕਰ ਤੋਂ ਸਟਾਰਟ ਨਹੀਂ ਕਰਨੀ ਹੁਣ ਆਪਾਂ ਕੀ ਕੀਤਾ ਰਾਜੇ ਦੇ ਵਿੱਚ ਅਲਬਾਈਟ ਜਿਹੜਾ ਰਾਜੀ ਕਿ ਅਲਬਾਈਟ ਵਰਡ ਨੂੰ ਆਪਾਂ ਬਾਹਰ ਕੱਢ ਲਾਂਗੇ ਠੀਕ ਹੈ ਲਿੰਕਰ ਆਪਣਾ ਕੀ ਰਾਜੇ ਟੂ ਬਿਗਨ ਵਿਦ ਉਹਨੂੰ ਅਲਬਾਈਟ ਤੋਂ ਬਾਅਦ ਕਮੈਂਟ ਵਿੱਚ ਮੈਂਸ਼ਨ ਕਰਾਂਗੇ ਨਾਲੇ ਆਪਾਂ ਰਾਜੀ ਕਿ ਕੈਪੇਬਲ ਹੋਵਾਂਗੇ ਇਨ ਆਰਡਰ ਟੂ ਸ਼ੋ ਆਵਰ punctuation ਆਪਾਂ we can show appropriate punctuation front of the examiner if we show punctuation then we are also capable for achieving appropriate score desirable score from writing okay and ਰਾਜੀ ਕਿ ਹੁਣ ਆਪਾਂ ਕੀ ਲਿਖਿਆ albeit to begin with and comma albeit ਉਵੇਂ ਰਾਜੇ same ਉਹਨੇ ਜੇ ਆਪਾਂ ਥੋੜਾ ਜਿਹਾ ਚੇਂਜਸ ਕਰਤੇ ਕਿ ਜਿਹੜਾ ਆਪਾਂ ਅਲਬਾਈਟ ਨੂੰ ਬਾਹਰ ਕੱਢਾਂਗੇ ਤਾਂ ਲਿੰਕਰ ਤੋਂ ਆਪਾਂ ਲਾਈਨ ਨਹੀਂ ਸਟਾਰਟ ਕਰਾਂਗੇ ਭਾਵੇਂ ਕਿ ਇੱਥੇ ਬਹੁਤ ਸਾਰੀਆਂ ਐਕਸਪਲੇਨੇਸ਼ਨਸ ਹੈਗੀਆਂ ਨੇ ਬਿਕਾਜ਼ ਆਫ ਦੋ ਜਿਨ੍ਹਾਂ ਦੇ ਕਰਕੇ ਕ੍ਰਾਈਮ ਰੇਟਸ ਐਂਡ ਥ੍ਰੈਟ ਅਮੰਗ ਪਬਲਿਕ ਇਜ਼ ਇਨਕਰੀਜ਼ਿੰਗ ਪੈਰਾਮਾਉਂਟ ਵਨ ਇਜ਼ ਦੈਟ ਉਤਰੇ ਪ੍ਰੀਡੋਮੀਨੈਂਟ ਲਿਖ ਲਿਆ ਸੀ ਆਪਾਂ ਇਹਦੇ ਚ ਕੁਝ ਨਹੀਂ ਕੀਤਾਗਾ ਇਹਦੇ ਚ ਆਪਾਂ ਥੋੜਾ ਚੇਂਜਸ ਕੀ ਕੀਤੇ ਨੇ ਕਿ ਲਾਈਕ ਦੈਟ ਕਿ ਜਿਹੜਾ ਕਨੈਕਟਰ ਤੋਂ ਲਾਈਨ ਨਹੀਂ ਸਟਾਰਟ ਕੀਤੀ ਪੰਕਚੁਏਸ਼ਨ ਸ਼ੋ ਕਰਤੇ ਅਲਬਾਈਟ ਤੋਂ ਸ਼ੁਰੂ ਕਰ ਲਿਆ ਠੀਕ ਹੈ ਆਪਾਂ ਥੋੜੀ ਜਿਹੀ ਵੋਕੈਬ ਵਰਡ ਹੋਰ ਦਿੱਤੇ ਜਸਟੀਫਿਕੇਸ਼ਨ ਦਾ ਐਕਸਪਲੇਨੇਸ਼ਨ ਲਗਾਤੀ ਐਂਡ ਪ੍ਰੀਡੋਮੀਨੈਂਟ ਦੀ ਥਾਂ ਤੇ ਕੀ ਲਗਾਤਾ ਪੈਰਾਮਾਉਂਟ ਅਦਰਵਾਈਜ਼ ਦੈਟ ਇਜ਼ ਸੇਮ ਓਕੇ ਰਾਜੀ ਹੁਣ ਜਿੰਨਾ ਬੱਚਿਆਂ ਦੀ ਲੈਂਥ ਜਿਹੜੇ ਕਹਿੰਦੇ ਨੇ ਸਾਡੇ ਬੋਡੀ ਪੈਰਾਗ੍ਰਾਫ 1 ਬੋਡੀ ਪੈਰਾਗ੍ਰਾਫ 2 ਦੀ ਲੈਂਥ ਬਹੁਤ ਜ਼ਿਆਦਾ ਐਕਸੀਡ ਹੁੰਦੀ ਆ ਤੇ ਸਾਡੇ ਰਾਜੀ ਕਿ ਜਿਹੜੇ ਲਾਈਕ वर्ड लिमिट आ बहुत लेंथी चली जाती है उन्होंने लोड नहीं उन्होंने आ जाएगा बेफालतू लाइन्स नहीं हुण ये बेफालतू लाइन्स क्यों ने हुण बहुते बच्चे इदां ही स्टार्ट करते हैं जिवें कह रहे ये बेफालतू तां नहीं क्योंकि ऊपर भी तो आप यही कह के आए हैं
ਆਪਾਂ ਉੱਪਰ ਆਪਾਂ ਨੂੰ ਡਾਇਰੈਕਟਲੀ ਪੁੱਛਿਆ ਕਾਰਨ ਕੀ ਨੇ, ਆਪਾਂ ਨੂੰ ਮੇਨ ਕਾਰਨ ਉਹਨਾਂ ਨੇ ਪੁੱਛੇ ਨੇ, ਤੇ ਇੱਥੇ ਆਪਾਂ ਨੂੰ ਬੇਵਕੂਫ ਬਣਾ ਰਿਹਾ ਦੁਬਾਰਾ ਫਿਰ ਦੱਸ ਕੇ ਕਿ ਉਹਨਾਂ ਸਾਰਿਆਂ ਚੋਂ ਭਾਵੇਂ ਕਿਤੇ ਬਹੁਤ ਸਾਰੇ ਕਾਰਨ ਨੇ, ਮੇਨ ਕਾਰਨ ਇਹ ਆ। ਇਹ ਜਸਟ ਅਜੇ you can use this method only starting in order to learn how to write. When we start for writing, when we start for learning about IELTS writing, then we can follow. Then we can follow this method. Otherwise, if we are writing appropriately, if we know that how to write, if we know that how to explain appropriately and in writing, how to perform better in writing, then we don't need, ਆਪਾਂ ਨੂੰ ਲੋੜ ਨਹੀਂ ਹੈਗੀ ਰਾਜੇ ਇਹਨੂੰ ਮੱਥਾ ਇਹਦੇ ਤੇ ਰਹਿ ਕੇ ਮੱਥਾ ਮਾਰਨ ਦੀ, ਇਹਦੇ ਨਹੀਂ ਰਾਜੇ ਕਿ ਤੁਹਾਨੂੰ ਜਾਣ ਦੀ ਲੋੜ ਨਹੀਂ। ਤਾਂ ਰਾਜੇ ਆਪਾਂ ਇੱਕ ਬੈਸਟ ਮੈਥਡ ਲਿਖਾਂਗੇ। Best method is that we will start main point direct by preferring gerund. Okay, you know very well about gerund. If you want to know, you can comment in comment box. Otherwise, I have made number of videos on gerund and otherwise complex and compound sentences. You can also watch. Okay. ਹੁਣ ਇਹ ਜੀਰਨ ਤੋਂ ਆਪਾਂ ਸਟਾਰਟ ਕਰ ਸਕਦੇ ਹਾਂ। ਜੀਰਨ ਦੇ ਵਿੱਚ ਆਪਾਂ ਨੂੰ ਦੁਬਾਰਾ ਬੇਵਕੂਫ ਬਣਾਉਣ ਦੀ ਲੋੜ ਨਹੀਂ, ਉਹਨਾਂ ਨੂੰ ਡਾਇਰੈਕਟ ਆਪਾਂ ਮੇਨ ਪੁਆਇੰਟ ਤੋਂ ਸਟਾਰਟ ਕਰਾਂਗੇ। ਜੀਰਨ ਇਜ਼ ਦੈਟ, ਲਾਈਕ ਜੀਰਨ ਇਜ਼ ਦੈਟ ਸਟਾਰਟਿੰਗ ਪੁਆਇੰਟ ਫਰਮ ing, starting from point from direct adjective, okay, and ਆਪਾਂ ਜਿਹੜਾ ਐਕਸ਼ਨ ਹੁੰਦਾ ਐਕਸ਼ਨ ਨੂੰ ਆਪਾਂ ਦੇਖੀ ਆ ਡਾਇਰੈਕਟ ਆਪਾਂ ਐਜ਼ ਅ ਸਬਜੈਕਟ ਜਾਂ ਐਜ਼ ਅ ਐਡਜੈਕਟਿਵ ਲਿਖਦੇ ਆ। then disseminating inflation concern is leading cause of crime। ਸਿੱਧਾ ਡਾਇਰੈਕਟ ਸਟਾਰਟ ਕੀਤਾ ਕਿ ਜਿਹੜਾ ਫਲਾਹ ਹੋ ਰਿਹਾ ਇਨਫਲੇਸ਼ਨ ਦੀ ਚਿੰਤਾ ਦਾ, ਇਨਫਲੇਸ਼ਨ ਕੰਸਰਨ ਦਾ, ਉਹ ਇੱਕ ਮੇਨ ਕਾਰਨ ਆ ਕਾਹਦਾ ਰਾਜੇ, ਕ੍ਰਾਈਮ ਰੇਟਸ। डायरेक्ट स्टार्ट करांगे ਆਪਾਂ ਜੀਰਨ ਤੋਂ ਪੁਆਇੰਟ ਆਪਾਂ ਡਾਇਰੈਕਟ ਸਟਾਰਟ ਕਰਾਂਗੇ। ਜੀਰਨ ਤੋਂ ਬੋਡੀ ਪੈਰਾਗ੍ਰਾਫ ਆਪਾਂ 1 ਡਾਇਰੈਕਟ ਸਟਾਰਟ ਕਰਾਂਗੇ। ਆਪਾਂ ਨੂੰ ਲੋੜ ਨਹੀਂ ਰਾਜੇ ਹੈਗੀ if you are capable for writing, if you are capable for showing appropriate writing, if you want to get appropriate, if you want to get a desirable band score from writing, then we will start our body paragraph 1 from direct ਜੀਰਨ। We will start our body paragraph 1 from direct main point। We will not ਆਪਾਂ ਰਾਜੇ ਕੀ ਬੇਵਕੂਫ ਬਣਾਉਣ ਦੀ ਟਰਾਈ ਨਹੀਂ ਕਰਾਂਗੇ, ਬੇਵਕੂਫ ਨਹੀਂ ਬਣਾਵਾਂਗੇ ਉਹਨੂੰ, ਠੀਕ ਹੈ। ਤਾਂ ਰਾਜੇ ਵਧੀਆ ਸਕੋਰ ਆਪਾਂ ਤਾਂ ਹੀ ਲੈ ਸਕਦੇ ਹਾਂ। ਡਿਸੈਮੀਨੇਟਿੰਗ ਇਨਫਲੇਸ਼ਨ ਕੰਸਰਨ, ਜਿਹੜਾ ਜੀ ਕਿਆ ਫੈਲ ਰਿਹਾ ਇਨਫਲੇਸ਼ਨ ਕੰਸਰਨ ਨਾ, ਜਿਹੜਾ ਵੱਧ ਰਹੀ ਚਿੰਤਾ ਰਾਜੇ ਇਨਫਲੇਸ਼ਨ ਦੀ, ਉਹ ਕੀ ਹੈ ਇੱਕ ਮੇਨ ਕਾਰਨ ਆ ਕਾਹਦਾ, ਕ੍ਰਾਈਮ ਰੇਟਸ। ਅੱਗੇ ਆਪਾਂ ਦੀ ਐਕਸਪਲੇਨੇਸ਼ਨ ਦੇਵਾਂਗੇ ਤੋਂ ਡਾਇਰੈਕਟ ਬਿਕੋਜ਼, ਕਿਉਂਕਿ ਆਪਾਂ ਉੱਥੇ ਬਿਕੋਜ਼ ਐਕਸਪਲੇਨੇਸ਼ਨ ਕਰਾਂਗੇ। ਐਕਸਪਲੇਨ ਬਿਕੋਜ਼ ਨੂੰ ਐਕਸਪਲੇਨ ਕਰਨ ਤੋਂ ਬਾਅਦ ਆਪਾਂ ਬਿਕੋਜ਼ ਨੂੰ ਜਸਟੀਫਾਈ ਕਰਾਂਗੇ ਐਗਜ਼ਾਮਪਲ ਦੇ ਕੇ। ਐਂਡ ਰਾਜੇ ਇਹਨਾਂ ਦੋਨਾਂ ਨੂੰ ਜਿਹੜਾ ਆਪਣਾ ਐਗਜ਼ਾਮਪਲ ਹੋਏਗੀ ਐਂਡ ਜਿਹੜਾ ਆਪਣਾ ਸਟਾਰਟਿੰਗ ਪੁਆਇੰਟ ਮੇਨ ਪੁਆਇੰਟ ਬਿਕੋਜ਼ ਹੋਏਗਾ, ਉਹਨੂੰ ਆਪਾਂ ਜਸਟੀਫਾਈ ਕਰਾਂਗੇ ਬਾय ਰਾਈਟਿੰਗ ਰਿਜ਼ਲਟ। ਜਿਵੇਂ ਕਿ ਆਪਾਂ ਲਿਖ ਦਿੰਦੇ ਆ ਐਜ਼ ਅ ਰਿਜ਼ਲਟ, therefore, hence, that is why, owing to this, ਇਦਾਂ ਦੇ ਕਨੈਕਟਰਸ ਨੂੰ ਆਪਾਂ ਯੂਜ਼ ਕਰਕੇ ਕੀਏਗਾ ਰਿਜ਼ਲਟ ਲਿਖਾਂਗੇ। ठीक है राजे, okay, and try to follow this method। try to start your body paragraph 1 with direct gerund। ਜ਼ਰੂਰੀ ਨਹੀਂ ਹੈ ਜੀਰਨ ਤੋਂ ਸਟਾਰਟ ਕਰਨਾ, ਤੁਸੀਂ ਕੋਈ ਸਟਰਕਚਰਸ ਤੋਂ ਵੀ ਸਟਾਰਟ ਕਰ ਸਕਦੇ ਹੋ, ਜੋ ਵੈਦਰ ਸਟਰਕਚਰ ਹੋ ਗਿਆ, ਨਾਟ ਓਨਲੀ ਬਟ ਆਲਸੋ ਜਿੱਦਾਂ ਕਿ ਤੁਹਾਨੂੰ ਕੋਈ ਵੀ ਸਟਰਕਚਰ ਸੂਟੇਬਲ ਲੱਗਦੀ ਹੈ, ਵੈਨ ਇਟ ਕਮਸ ਟੂ ਕੋਈ ਵੀ ਸਟਰਕਚਰ ਤੁਹਾਨੂੰ ਵਧੀਆ ਲੱਗਦੀ ਆ, ਤੁਸੀਂ ਡਾਇਰੈਕਟ ਸਟਰਕਚਰ ਤੋਂ ਵੀ ਸਟਾਰਟ ਕਰ ਸਕਦੇ ਹੋ। ਬਟ ਮੈਂ ਜਿਹੜੀ ਚੀਜ਼ ਕਹਿ ਰਿਹਾ ਕਿ ਜੇ ਤੁਸੀਂ ਸਟਾਰਟਿੰਗ ਦੇ ਵਿੱਚ ਰਾਈਟਿੰਗ ਲਿਖ ਰਹੇ ਹੋ, ਤੁਸੀਂ ਸਿੱਖ ਰਹੇ ਹੋ, ਤਾਂ ਦਿਨ ਤੁਹਾਨੂੰ ਆਹ ਚੀਜ਼ਾਂ ਲਿਖਣ ਦੀ ਲੋੜ ਹੈ। ਇੱਥੇ ਬਹੁਤ ਸਾਰੀਆਂ ਜਸਟੀਫਿਕੇਸ਼ਨ ਆਈਆਂ ਨੇ, ਉਹਨਾਂ ਸਾਰਿਆਂ ਚੋਂ ਮੇਨ ਸੈਵਰਲ ਪੁਆਇੰਟ ਸਮਥਿੰਗ ਐਂਡ ਸਮਥਿੰਗ, ਉਹਨਾਂ ਸਾਰਿਆਂ ਚੋਂ ਮੇਨ ਇਹ ਆ। ਅਗਰ ਜੇ ਤੁਸੀਂ ਲਿਖ ਲੈਂਦੇ ਹੋ, ਵਧੀਆ ਲਿਖ ਲੈਂਦੇ ਹੋ, ਜੇ ਤੁਸੀਂ ਲਿਖਣਾ ਜਾਣਦੇ ਹੋ, ਸੈਂਟੈਂਸ ਫਾਰਮੇਸ਼ਨ ਤੁਹਾਡੀ ਸਹੀ ਆ, ਐਕਸਪਲੇਨੇਸ਼ਨ ਵਧੀਆ ਦੇ ਸਕਦੇ ਹੋ, ਤਾਂ ਦਿਨ ਤੁਹਾਨੂੰ ਰਾਜੀ ਕੀ ਸਟਾਰਟ ਉਦਾਂ ਕਰਨ ਦੀ ਲੋੜ ਨਹੀਂ ਹੈਗੀ, ਠੀਕ ਹੈ। ਤੁਸੀਂ ਡਾਇਰੈਕਟ ਮੇਨ ਪੁਆਇੰਟ ਤੋਂ ਸਟਾਰਟ। ਐਂਡ ਜਿਹੜੀ ਅੱਜ ਦੀ ਵੀਡੀਓ ਆ ਉਹ ਇੱਥੋਂ ਤੱਕ ਹੀ ਸੀਗੀ, ਐਂਡ ਆਪਾਂ ਅੱਜ ਕੱਲ੍ਹ ਸਟਾਰਟਿੰਗ ਹੀ ਦੇਖਣਾ ਸੀਗਾ ਕਿਵੇਂ ਆਪਾਂ ਸਟਾਰਟਿੰਗ ਕਰ ਸਕਦੇ ਹਾਂ। ਨੈਕਸਟ ਵੀਡੀਓ ਜਿਹੜੀ ਮੈਂ ਬਣਾਉਂਗਾ ਉਹਦੇ ਚ ਫੁੱਲ ਜਿਹੜਾ ਹੈਗਾ ਬੋਡੀ ਪੈਰਾਗ੍ਰਾਫ 1 ਐਲੈਬੋਰੇਟ ਕਰਕੇ ਦੱਸੂਗਾ ਕਿ ਕਿਵੇਂ ਆਪਾਂ ਐਲੈਬੋਰੇਟ ਕਰਨਾ, ਬਿਕੋਜ਼ ਕਿਵੇਂ ਜਸਟੀਫਾਈ ਕਰਨਾ, ਹਾਊ ਕਿਵੇਂ ਜਸਟੀਫਾਈ ਕਰਨਾ, ਐਗਜ਼ਾਮਪਲ ਆਪਾਂ ਕਿਵੇਂ ਬਣਾਉਣੀ ਆ, ਹਾਊ ਵੀ ਕੈਨ ਮੇਕ ਐਗਜ਼ਾਮਪਲ, ਐਂਡ ਸੋ ਦੈਨ ਵੀ ਕੈਨ ਆਪਾਂ ਅਜੇ ਕੀ ਲਿਖਾਂਗੇ ਕਿ ਇਹਦਾ ਰਿਜ਼ਲਟ ਕਿੱਦਾਂ ਦੇਣਾ, ਪੁਆਇੰਟ ਟੋਟਲੀ ਜਸਟੀਫਾਈ ਕਿੱਦਾਂ ਹੋਵੇ। ਕਲੀਅਰ ਹੈ ਜੀ? ਓਕੇ, ਥੈਂਕ ਯੂ।